ਹੰਕਾਰੀ ਮਨੁੱਖ, ਪ੍ਰਬਲ ਹੰਕਾਰੀ ਮਨੁੱਖ, ਇੱਕ ਮਾਸੂਮ ਬੱਚੇ ਕੋਲੋਂ ਹੰਕਾਰ ਨਹੀਂ ਚੱਲਦਾ, ਕਿਉਂਕਿ ਉਹ ਸਮਝਦਾ ਹੀ ਨਹੀਂ। ਇੱਕ ਮਾਸੂਮ 2-3 ਸਾਲ ਦੇ ਬੱਚੇ ਦੇ ਸਾਹਮਣੇ ਮਨੁੱਖ ਆਪਣੇ ਹੰਕਾਰ ਨੂੰ ਪ੍ਰਗਟ ਨਹੀਂ ਕਰ ਸਕਦਾ, ਚੱਲਦਾ ਹੀ ਨਹੀਂ, ਉਹ ਸਮਝਦਾ ਹੀ ਨਹੀਂ। ਪਰ ਇੱਕ ਸ਼ਕਤੀਸ਼ਾਲੀ ਹੈ, ਤਾਕਤਵਰ ਹੈ, ਉਹਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਉੱਥੇ ਨਹੀਂ ਚੱਲਦਾ। ਇੱਕ ਮਾਸੂਮ ਬੱਚਾ ਹੰਕਾਰ ਨੂੰ ਸਮਝਦਾ ਨਹੀਂ, ਇੱਕ ਸ਼ਕਤੀਸ਼ਾਲੀ ਹੰਕਾਰ ਨੂੰ ਸਮਝਦਾ ਹੈ, ਪਰ ਉੱਥੇ ਚੱਲਦਾ ਨਹੀਂ। ਇਸ ਵਾਸਤੇ ਅਕਸਰ ਹੰਕਾਰੀ ਮਨੁੱਖ ਆਪਣੇ ਤੋਂ ਛੋਟਿਆਂ ਨੂੰ ਲੱਭੇਗਾ, ਛੋਟਿਆਂ ਨੂੰ, ਉੱਥੇ ਉਸਦੀ ਤ੍ਰਿਪਤੀ ਆਉਂਦੀ ਹੈ। ਜਾਂ ਵੱਧ ਤੋਂ ਵੱਧ ਦੂਸਰਿਆਂ ਨੂੰ ਛੋਟਾ ਮੰਨੇਗਾ, ਹਰ ਪੱਖ ਤੋਂ ਛੋਟਾ ਸਮਝੇਗਾ, ਮੰਨੇਗਾ। ਉਹਦੀ ਹੰਕਾਰ ਦੀ ਤ੍ਰਿਪਤੀ ਇਸੇ ਤੇ। ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ ਹੈ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਮਨੁੱਖ ਦੀਆਂ ਲੋੜਾਂ ਕੋਈ ਬਹੁਤ ਜ਼ਿਆਦਾ ਨਹੀਂ ਨੇ, ਮਨੁੱਖ ਦਾ ਹੰਕਾਰ ਬਹੁਤ ਬੜਾ ਪ੍ਰਬਲ ਹੈ। ਮਨੁੱਖ ਬਹੁਤ ਕੁਝ ਆਪਣੇ ਹੰਕਾਰ ਦੀ ਖਾਤਰ ਕਰਦਾ ਹੈ, ਕਦੀ ਬਗੌਰ ਮੁਤਾਲਾ ਕਰ ਲੈਣਾ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਮੇਰੀਆਂ ਵੀ ਅੱਖਾਂ ਨੇ, ਸੰਸਾਰ ਦੀਆਂ ਵੀ ਅੱਖਾਂ ਨੇ, 90% ਕੰਮ ਤੇ ਮੈਂ ਲੋਕਾਂ ਦੀ ਅੱਖਾਂ ਵਾਸਤੇ ਕਰਦਾ, ਆਪਣੀ ਅੱਖਾਂ ਵਾਸਤੇ ਨੇ। ਕਿਵੇਂ ਮੈਂ ਲੋਕਾਂ ਦੀ ਨਜ਼ਰਾਂ ਤੋਂ ਉੱਚਾ ਉੱਠ ਜਾਵਾਂ ਤੇ ਲੋਕੀ ਸਿਰ ਉੱਚਾ ਕਰਕੇ ਮੈਨੂੰ ਵੇਖਣ। ਹੰਕਾਰ ਇਹ ਚਾਹੁੰਦਾ ਹੈ 9 ਖੰਡ ਪ੍ਰਿਥਵੀ ਦੇ ਵਿੱਚ ਮੈਂ ਜਾਣਿਆ ਜਾਵਾਂ। ਮਹਾਰਾਜ ਕਹਿੰਦੇ 9 ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਏ। ਸਿਰਫ ਇੱਕ ਸ਼ਹਿਰ ਦੇ ਲੋਕੀ ਹੀ ਮੈਨੂੰ ਨਾ ਮੰਨਣ, ਸਿਰਫ ਇੱਕ ਮੁਲਕ ਦੇ ਲੋਕੀ ਹੀ ਮੈਨੂੰ ਨਾ ਜਾਣਦੇ ਹੋਣ, ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ ਵੀ। ਹੰਕਾਰ ਦੀ ਇਹ ਮੰਗ ਹੈ। ਇਹ ਗੱਲ ਵੱਖਰੀ ਹੈ, ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਦੇ 'ਚ ਅੱਗੇ ਹੋਵੇਗਾ ਤੇ ਕੋਈ ਸਿਹਤ ਦੇ 'ਚ, ਤੰਦਰੁਸਤੀ 'ਚ ਅੱਗੇ ਹੋਵੇਗਾ। ਤੇ ਜੇ ਤੰਦਰੁਸਤੀ ਦੇ 'ਚ ਅੱਗੇ ਹੈ, ਇਹ ਕਲਾ ਦੇ 'ਚ, ਗਿਆਨ ਦੇ 'ਚ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਦੇ 'ਚ ਅੱਗੇ ਤੇ ਕੋਈ ਸੁਹੱਪਣ ਦੇ 'ਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਦੇ 'ਚ ਇਸ ਤੋਂ ਅੱਗੇ ਹੋਵੇਗਾ। ਕਿਸੇ ਨਾ ਕਿਸੇ ਪੱਖ ਦੇ 'ਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਦੇ 'ਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਦੇ 'ਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦਾ, ਕਿਸੇ ਨਾ ਕਿਸੇ 'ਚ ਪਛੜਿਆ ਹੋਇਆ ਹੋਵੇਗਾ। ਕਲਾ ਦੇ 'ਚ ਅੱਗੇ ਹੋਵੇਗਾ, ਸਰੀਰਕ ਬਲ ਦੇ 'ਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਦੇ 'ਚ ਪਛੜਿਆ ਹੋਵੇਗਾ, ਸੁਹੱਪਣ ਦੇ 'ਚ ਪਛੜਿਆ ਹੋਵੇਗਾ, ਤਾਕਤ, ਬਾਹੂ ਬਲ, ਰਾਜਨੀਤੀ ਦੇ 'ਚ ਜਾਂ ਧਨ ਸੰਪਦਾ ਦੇ 'ਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਦੇ 'ਚ ਮਨੁੱਖ ਅੱਗੇ ਨਹੀਂ ਆਉਂਦਾ। ਹੰਕਾਰ ਹਰ ਪੱਖ ਦੇ 'ਚ ਅੱਗੇ ਹੋਣਾ ਚਾਹੁੰਦਾ ਹੈ। ਬੜੀ ਚੋਟ ਲੱਗਦੀ ਹੈ ਉਸ ਨੂੰ ਜਦ ਕਿਸੇ ਪਹਿਲੂ 'ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ ਹੈ, ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੋਂ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ ਹੈ।
ਨਿਰੰਕਾਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ ਹੈ, ਨਿਰਮਾਣਤਾ ਦੀ ਯਾਤਰਾ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਝ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇੱਕ ਆਲਮ ਇੰਝ ਕਹਿੰਦਾ ਹੈ, ਜ਼ੁਬਾਨ ਖੋ ਲੈਂਗੇ ਮੁਝ ਪਰ ਬਦ ਜ਼ੁਬਾਨ ਕਿਆ बदशुमारी से, कि मैंने खाक भर दी है उनके मुंह में खाक सारी से। मैं तो सारियां दी खाकसार हो गया, पैरां दी खाक हो गया, हुण होर मैनू की पछाड़ोगे? मैं तो खुद ही पछड़िया, मैं तो सब दे पैरां दी खाक। दी सावत है बहुत बेहाला, गुरु अर्जन देव जी महाराज। सगल चरण की एहो मन राला। हे प्रभु मैं तो सारियां दे चरनां दी खाक, ਸਾਰਿਆਂ ਦੇ ਚਰਨਾਂ ਦੀ ਧੂੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤਿਲੰਗ ਰਾਗ ਦਾ, ਪਰ ਹੈ ਪਰਸ਼ੀਅਨ ਦੇ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਕ। हे प्रभु मैं कोई चंगी किस्मत लेके नहीं आया, मेरी प्रारब्ध चंगी नहीं है। क्यों? तू नहीं मिलिया। की होया जे बहुत कुछ मिलिया, तू नहीं मिलिया। बद वक्त हम चों बखील, चुगलखोर भी हाँ, निंदा भी करदा। हंकारी मनुख नूं निंदा दे च रस मिलदा है। ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ। ਖੁਸ਼ਾਮਦ ਕੀ ਹੈ? ਗੱਲ ਨੂੰ ਵਧਾ ਕੇ ਬਿਆਨ ਕਰਨਾ। ਦੋਵੇਂ ਝੂਠ ਨੇ, ਦੋਹਾਂ ਨਾਲ ਮਨ ਮੈਲਾ ਹੁੰਦਾ ਹੈ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਹੁੰਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ, ਉਸਤਤ ਨਿੰਦਾ ਦੋ ਤੇ ਆ ਗਏ, खोजे पद निर्बाना, पर जन नानक एव खेल कठन है, कि नहूं गुरुमुख जाना। औखी खेड है कि मनुख निंदा भी ना करे ते उपमा भी ना करे। या मनुख घटा के गल करदा है या वधा के करदा है। अक्सर वैरी दी गल मनुख घटा के करदा है। अंदर ईरखा है, जलन है ते मनुख घटा के गल करदा है, निंदा करदा है। अंदर कोई लालसा ते लोभ है तो मनुख खुशामद करदा है, वधा के गल करदा है। फुल नूं कंडा कह देना ये निंदा है, गल घटा के बयान की गई है। पर कंडे नूं फुल कह देना ये खुशामद है, गल वधा के बयान की गई है। इन्हां दोहां नाल मन मैला हुंदा है। फुल नूं भावें कंडा कहीए, भावें कंडे नूं फुल कह दईए। मैं कई दफा हैरान होना, धन गुरु गोबिंद सिंह जी महाराज ने इस तरह के पुरुष निरपक्ष होंदे ने, पक्षपाती नहीं आउंदे। भाई गुरदास जी ने एक लंबी चौड़ी पौड़ी विच एक वार्ता लिखी, ਉਹਦਾ भी सूक्ष्म जिहा रूप मैं थोड़े सामने रख दिया। दुर्योधन श्री कृष्ण जी दे पास गए, कहने लगे भगवान जितने तुसी सखा अर्जन दे हो मेरे भी हो, जितना संबंध थोड़ा उन्हां नाल है मेरे नाल भी है, साडी मदद करो तुसी। मैं थोड़े कोल आया फरियाद लेके।
ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸ੍ਰੀ ਕ੍ਰਿਸ਼ਨ ਨੇ ਕਿਹਾ, ਇੱਕ ਮੈਂ ਹਾਂ, ਇੱਕ ਮੇਰੀ ਫੌਜ ਹੈ। ਤੂੰ ਦੋਹਾਂ ਦੇ ਚ ਇੱਕ ਨੂੰ ਚੁਣ ਸਕਦਾ ਹੈ, ਜਾਂ ਮੇਰੀ ਫੌਜ ਲੈ ਲੈ, ਤੇਰੇ ਪੱਖ ਦੇ ਚ ਲੜੇਗੀ, ਜਾਂ ਤੂੰ ਮੈਨੂੰ ਲੈ ਲੈ, ਮੈਂ ਤੇਰੇ ਪੱਖ 'ਚ ਖੜਾ ਹੋ ਜਾਵਾਂਗਾ। ਰਾਜਨੈਤਿਕ ਬੰਦਾ ਸੀ ਦੁਰਯੋਧਨ, ਧਾਰਮਿਕ ਤਾਂ ਹੈ ਨਹੀਂ ਸੀ, ਸੰਸਾਰੀ ਬਾਹਰਮੁਖੀ ਮਨੁੱਖ ਸੀ, ਬਾਹਰ ਮੁਨਕ, ਜਿਸ ਦਾ ਸਭ ਕੁਝ ਬਾਹਰ ਹੈ, ਅੰਦਰ ਕੁਝ ਵੀ ਨਹੀਂ ਹੈ। ਅੰਦਰੋਂ ਸੋਚਦਾ ਹੈ ਮੌਕਾ ਮਿਲ ਗਿਆ, ਕੱਲੇ ਕ੍ਰਿਸ਼ਨ ਨੂੰ ਮੈਂ ਕੀ ਕਰਨਾ, ਮਹਾਰਾਜ ਫਿਰ ਫੌਜ ਹੀ ਦੇ ਦਿਓ ਮੈਨੂੰ। ਕ੍ਰਿਸ਼ਨ ਨੇ ਕਿਹਾ, ਠੀਕ, ਮੇਰੀ ਫੌਜ ਤੇਰੇ ਪੱਖ ਦੇ 'ਚ ਖੜੀ ਹੋਵੇਗੀ। ਅਰਜਨ ਆਇਆ, ਚਰਨਾਂ ਤੇ ਮੱਥਾ ਟੇਕਿਆ। ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਤੂੰ ਦੇਰੀ ਨਾਲ ਆਇਆ। ਦੁਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ, ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ। ਫੌਜ ਤੇ ਉਸਨੇ ਮੰਗ ਲਈ ਹੈ, ਸਿਪਾਹੀ ਤੇ ਉਸਨੇ ਸੈਨਾ ਤੇ ਉਸਨੇ ਮੰਗ ਲਈ ਹੈ, ਹੁਣ ਤੇ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ, ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ, ਤੇ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਦੇ 'ਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ, ਜਿੱਤ ਵੀ ਤੁਹਾਡੀ, ਆਪਣਾ ਤੇ ਕੁਛ ਵੀ ਨਹੀਂ, ਨਿਸ਼ਚਿੰਤ। ਅਸੀਂ ਤੇ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫਾ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ 'ਚ ਖੜੀ ਹੈ, ਸਵੈਮ ਕ੍ਰਿਸ਼ਨ ਪਾਂਡਵਾਂ ਦੇ ਪੱਖ, ਅਰਜਨ ਦੇ ਪੱਖ 'ਚ ਖੜਾ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪਕਸ਼ ਮਨੁੱਖ ਕਰ ਸਕਦਾ ਹੈ, ਜੋ ਨਿਰਪਕਸ਼ ਹੈ, ਜਿਹਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ 'ਚ ਔਰੰਗਜ਼ੇਬ ਦੇ ਕੁਝ ਗੁਣ ਵੀ ਲਿਖੇ ਨੇ। ਹੈਰਾਨਗੀ ਹੈ ਮੈਨੂੰ, ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ, ਜਿਹਦੇ ਰਾਜ ਪਾਠ ਦੇ 'ਚ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣਿਆ ਗਿਆ, ਦੋ ਲੜਾਈ ਦੇ 'ਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਦੇ 'ਚ ਬਤੀਤ ਹੋਈ। ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜ੍ਹੋਗੇ ਤੇ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ, ਨਾਮਾ ਕਹਿੰਦੇ ਨੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ। ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ। ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨੇ, ਔਰੰਗਜ਼ੇਬ ਮੇਰੀ ਜਿੱਤ ਹੋਈ ਹੈ, ਤੇਰੀ ਹਾਰ ਹੋਈ ਹੈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ, ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰਾਂ ਇਸ ਗੱਲ ਨੂੰ, ਮੈਂ ਬਹੁਤਾ ਲਮਕਾਵਾਂ ਨਾ। ਸਤਿਗੁਰੂ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ। ਔਰੰਗਜ਼ੇਬ ਤੂੰ ਅਲਲ ਸੁਬਾਹ ਉੱਠਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੁੰਦਾ ਹੈ। ਸਾਧਨਾ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ, ਇਹ ਰੁੱਤ, ਇਹ ਸਮਾਂ ਬਹੁਤ ਵੱਡਾ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਦੀ ਬਾਣੀ, ਚੌਥੇ ਪਹਿਰੇ ਸੁਬਾਹ ਕੇ ਸੁਰਤਿਆਂ ਉਪਜੇ ਚਾਹੋ ਤਿਨ ਦਰਿਆਵਾਂ ਸਿਉ ਦੋਸਤੀ, ਮਨਮੁਖ ਸੱਚਾ ਨਾਮ। ਮਨ ਦੇ 'ਚ, ਮੁਖ ਦੇ 'ਚ ਉਸ ਸਮੇਂ ਸੱਚਾ ਨਾਮ ਹੈ ਜੋ ਰਾਤ ਦਾ ਚੌਥਾ ਪਹਿਰੇ, ਚੌਥੇ ਪਹਿਰੇ।
ਅੰਮ੍ਰਿਤ ਵੇਲਾ। ਤੂੰ ਅਲਲ ਸੁਬਾਹ ਉੱਠਦਾ ਹੈ। ਅੰਮ੍ਰਿਤ ਵੇਲੇ ਨੂੰ ਇਸਲਾਮ ਦੇ ਵਿੱਚ ਕਹਿੰਦੇ ਨੇ ਅੱਲਾ ਦੀ ਸੁਬਾਹ, ਸਨਾਤਨ ਮਤ ਦੇ ਵਿੱਚ ਕਹਿੰਦੇ ਨੇ ਬ੍ਰਹਮ ਮੁਹੂਰਤ, ਬ੍ਰਹਮ ਦਾ ਮੁਹੂਰਤ ਹੈ। ਬ੍ਰਹਮ ਦਾ ਚਿੰਤਨ ਕਰਨਾ, ਉਹ ਕੰਮ, ਉਹ ਸਮਾਂ ਬ੍ਰਹਮ ਦੀ ਯਾਦ ਵਾਸਤੇ, ਪ੍ਰਭੂ ਦੀ ਯਾਦ ਵਾਸਤੇ। ਗੁਰਮਤਿ ਦੇ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਹਾਂ, ਜਿਹਦੀ ਸੁਰਤ ਪੱਕ ਗਈ ਹੈ ਉਹ ਤੇ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ ਹੈ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ। ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਐ ਔਰੰਗਜ਼ੇਬ ਤੋਂ ਅਲਲ ਸੁਬਾਹ ਉੱਠਦਾ ਹੈ। ਦੂਸਰਾ, ਤੂੰ 5 ਵਕਤ ਦਾ ਪੱਕਾ ਨਮਾਜ਼ੀ ਹੈ। ਤੂੰ ਫਜਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਅਸਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਜ਼ੋਹਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਮਗਰਿਬ ਦੀ ਨਮਾਜ਼ ਵੀ ਪੜ੍ਹਦਾ ਹੈ, ਔਰ ਤੂੰ ਰਾਤ ਦੇ ਵਕਤ ਇਸ਼ਾ ਦੀ ਨਮਾਜ਼ ਵੀ ਪੜ੍ਹਦਾ ਹੈ। ਸ਼ਾਮ ਦੇ ਵਕਤ ਤੂੰ 5 ਨਮਾਜ਼ਾਂ ਪੜ੍ਹਦਾ। ਤੂੰ 2 ਵਕਤ ਕੁਰਾਨ ਦੀ ਤਲਾਵਤ ਵੀ ਕਰਦਾ ਹੈ, ਇਹ ਵੀ ਤੇਰੀ ਖੂਬੀ ਹੈ। ਪਾਠ ਵੀ ਕਰਦਾ ਹੈ, ਤੂੰ ਸਵੇਰੇ ਵੀ ਪਾਠ ਕਰਦਾ ਹੈ, ਸ਼ਾਮੇ ਵੀ ਕਰਦਾ। ਔਰੰਗਜ਼ੇਬ ਤੇਰੀ ਇੱਕ ਹੋਰ ਵੀ ਖੂਬੀ ਹੈ, ਤੂੰ ਹੱਥ ਦੇ ਤਸਬੀਹ ਰੱਖਦਾ ਹੈ, ਮਾਲਾ, ਔਰ ਮਣਕਾ ਫੇਰਦਾ ਹੀ ਰਹਿੰਦਾ ਹੈ, ਅੱਲਾ ਹੋ ਅੱਲਾ ਹੋ। ਜੇ ਵੇਲਾ ਬੈਠਾ ਹੋਵੇ ਤੇ ਕਰੀ ਜਾਂਦਾ ਹੈ, ਇਹ ਵੀ ਤੇਰੀ ਖੂਬੀ ਹੈ। ਜੁਮਾ ਰਾਤ ਨੂੰ, ਵੀਰਵਾਰ ਦੀ ਰਾਤ ਨੂੰ ਜੁਮਾ ਰਾਤ ਕਹਿੰਦੇ ਨੇ, ਤੂੰ ਜ਼ਕਾਤ ਵੀ ਦਿੰਦਾ। ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਹੈ। ਤੇ ਰਮਜ਼ਾਨ ਦੇ ਮਹੀਨੇ 'ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, ਕੁਛ ਨਹੀਂ ਖਾਂਦਾ, ਤੂੰ ਰੋਜ਼ੇ ਵੀ ਰੱਖਦਾ। ਇਹ ਖੂਬੀਆਂ ਬਿਆਨ ਕਰਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਤਨੇ ਗੁਣਾਂ ਦੇ ਹੁੰਦਿਆਂ ਹੋਇਆ, ਇਤਨੀਆਂ ਖੂਬੀਆਂ ਦੇ ਹੁੰਦਿਆਂ ਔਰੰਗਜ਼ੇਬ ਫਿਰ ਵੀ ਤੂੰ ਸ਼ੈਤਾਨ ਹੈ, ਫਰਿਸ਼ਤਾ ਨਹੀਂ ਹੈ। ਫੁੱਲ ਨੂੰ ਫੁੱਲ ਕਹਿ ਦਿੱਤਾ ਹੈ, ਕੰਡੇ ਨੂੰ ਕੰਡਾ। ਹੁਣ ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ, ਇਹ ਸਚਾਈ ਹੈ। ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ, ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ। ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ, ਗੱਲ ਵਧਾ ਕੇ ਬਿਆਨ ਕਰਨੀ ਖੁਸ਼ਾਮਦ ਹੈ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਇਹ ਸੱਚ ਹੈ। ਅਕਸਰ ਮਨੁੱਖ ਅਧੂਰਾ ਸੱਚ ਬੋਲਦਾ ਹੈ, ਜੋ ਝੂਠ ਨਾਲੋਂ ਵੀ ਭੈੜਾ ਹੁੰਦਾ ਹੈ। ਅਧੂਰਾ ਗਿਆਨ, ਨਿਯਮ ਹਕੀਮ, ਇਹ ਜਾਨ ਨੂੰ ਖਤਰਾ ਹੁੰਦਾ ਹੈ। ਅਧੂਰਾ ਸੱਚ ਕੀ, ਫੁੱਲ ਨੂੰ ਤੇ ਫੁੱਲ ਆਖ ਦਿੱਤਾ ਹੈ। ਹੁਣ ਕੰਡੇ ਨੂੰ ਕੰਡਾ ਕਹਿਣਾ ਔਖਾ ਹੈ। ਜੇ ਕੰਡੇ ਨੂੰ ਕੰਡਾ ਆਖੇ ਤੇ ਚੁਭੇਗਾ, ਸਾਡੇ ਹੀ ਕੱਪੜੇ ਫਾੜੇਗਾ, ਸਾਡਾ ਹੀ ਦਾਮਨ ਚੀਰੇਗਾ। ਚਲੋ ਕੀ ਲੈਣਾ ਅਸੀਂ।